ਲੜੀਵਾਰ ਕਥਾ ਰਾਗ ਬਿਲਾਵਲ ਵਿੱਚ 805 ਅੰਗ ਤੇ ਆਪਾਂ ਵਿਚਾਰ ਰਹੇ ਹਾਂ। 13 ਸ਼ਬਦ ਸੰਪੰਨ ਹੋਏ ਨੇ ਪੰਜਵੇਂ ਪਾਤਸ਼ਾਹ ਦੇ। 14ਵਾਂ ਸ਼ਬਦ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਦਿਨ ਦੁਨੀਆ ਦੇ ਬਾਲਕ ਤਪਦਿਆਂ ਬਲਦਿਆਂ ਸੜਦਿਆਂ ਹਿਰਦਿਆਂ ਨੂੰ ਠੰਡਾ ਠਾਰ ਕਰਨ ਵਾਲੇ ਜਗਤ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਸਵਰੂਪ ਦਾ ਧਿਆਨ ਹਿਰਦੇ 'ਚ ਵਸਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਮੋਹਿ ਨਿਰਗੁਣ ਸਭ ਗੁਣੈ ਬਿਹੁਨਾ। ਪੰਜਵੇਂ ਪਾਤਸ਼ਾਹ ਗੁਰਦੇਵ ਜੀ ਸਾਨੂੰ ਬੇਨਤੀ ਕਰਨੇ ਦਾ ਪ੍ਰਕਾਰ ਸਮਝਾਉਂਦੇ। ਕਹਿੰਦੇ ਏਦਾਂ ਬੇਨਤੀ ਕਰੋ, ਮੋਹਿ ਨਿਰਗੁਣ ਸਭ ਗੁਣ ਹੈ ਬਿਹੁਨਾ। ਮਹਾਰਾਜ ਮੇਰੇ 'ਚ ਕੋਈ ਵੀ ਗੁਣ ਨਹੀਂ, ਮੈਂ ਨਿਰਗੁਣਿਆਰਾ ਹਾਂ, ਸਾਰੇ ਗੁਣਾਂ ਤੋਂ ਵਿਹੂਣਾ ਖਾਲੀ ਹਾਂ, ਇੱਕ ਵੀ ਗੁਣ ਮੇਰੇ ਵਿੱਚ ਨਹੀਂ ਹੈ। ਹਾਂਜੀ। ਦਇਆ ਧਾਰ ਆਪਣਾ ਕਰ ਲੀਨਾ। ਦਇਆ ਦੇ ਮਾਲਕ ਨੇ ਸਾਡੇ ਤੇ ਆਪਣਾ ਤਰਸ ਕੀਤਾ ਕਿ ਮੈਨੂੰ ਨਿਰਗੁਣਿਆਰੇ ਨੂੰ ਆਪਣਾ ਕਰ ਲਿਆ, ਆਪਣਾ ਬਣਾ ਲਿਆ। ਮੇਰੇ 'ਚ ਕੋਈ ਗੁਣ ਨਹੀਂ ਸੀ, ਉਹਨੇ ਦਇਆ ਕੀਤੀ ਆ, ਮਾਲਕ ਨੇ ਤਰਸ ਕੀਤਾ ਔਰ ਆਪਣੀ ਦਇਆ ਧਾਰ ਕੇ ਮੈਨੂੰ ਆਪਣਾ ਕਰ ਲਿਆ। ਨਹੀਂ ਤਾਂ ਨਿਰਗੁਣਿਆਰਾ ਸੀ, ਗੁਣਾਂ ਤੋਂ ਵਿਹੂਣਾ ਸੀ। ਦਇਆ ਦੇ ਸਵਾਮੀ ਵਾਹਿਗੁਰੂ ਨੇ ਆਪ ਤਰਸ ਕਰਕੇ ਦਇਆ ਧਾਰ ਕੇ ਮੈਨੂੰ ਰੱਖ ਲਿਆ। ਮੇਰਾ ਮਨ ਤਨ ਹਰ ਗੋਪਾਲ ਸੁਹਾਇਆ। ਹਰੀ ਵਾਹਿਗੁਰੂ ਪਰਮੇਸ਼ਰ ਦੇ ਗੋਪਾਲ ਦੇ ਚਿੰਤਨ ਨਾਲ ਮੇਰਾ ਮਨ ਤੇ ਤਨ ਦੋਵੇਂ ਹੀ ਸੁਹਾਵਣੇ ਕਹੀਏ ਸ਼ੋਭਨੀਕ ਹੋ ਗਏ। ਕਰ ਕਿਰਪਾ ਪ੍ਰਭ ਘਰ ਮਹਿ ਆਇਆ। ਮਾਲਕ ਨੇ ਕਿਰਪਾ ਕੀਤੀ ਹੈ, ਖੁਦ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਗਿਆ। ਰਹਾਉ ਭਗਤ ਵਛਲ ਭੈ ਕਾਟਨ ਹਾਰੇ। ਵਾਹਿਗੁਰੂ ਭਗਤ ਵਛਲ ਹੈ, ਭੈ ਕੱਟਣ ਵਾਲਾ ਹੈ। ਸੰਸਾਰ ਸਾਗਰ ਅਬ ਉਤਰੇ ਪਾਰੇ। ਹੁਣ ਸੰਸਾਰ ਸਾਗਰ ਤੋਂ ਮਾਲਕ ਨੇ ਕਿਰਪਾ ਕਰਕੇ ਸਾਨੂੰ ਪਾਰ ਉਤਾਰ ਲਿਆ। ਪਤਿਤ ਪਾਵਨ ਪ੍ਰਭ ਬਿਰਧ ਵੇਦ ਲਿਖਿਆ। ਧਰਮ ਗ੍ਰੰਥਾਂ ਵਿੱਚ ਵੀ ਲਿਖਿਆ ਵਾਹਿਗੁਰੂ ਪਤਿਤ ਪਾਵਨ ਹੈ। ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਜਦੋਂ ਮੈਂ ਸੁਣਿਆ ਕਿ ਤੂੰ ਭਗਤ ਵਛਲ ਆ ਤਾਂ ਮੇਰਾ ਮਨ ਉਦਾਸ ਹੋ ਗਿਆ। ਮੇਰਾ ਮਨ ਉਦਾਸ ਹੋ ਗਿਆ ਕਿ ਵਾਹਿਗੁਰੂ ਮੇਰੇ ਵਿੱਚ ਤਾਂ ਕੋਈ ਭਗਤੀ ਦਾ ਕਣ ਹੈ ਹੀ ਨਹੀਂ ਤੇ ਤੂੰ ਮੇਰੇ ਤੇ ਕਿਵੇਂ ਤਰਸ ਕਰੇਗਾ, ਤੂੰ ਤਾਂ ਭਗਤ ਵਛਲ ਹੈ। ਪਰ ਨਹੀਂ, ਕਹਿੰਦੇ ਮੈਂ ਫਿਰ ਸੁਣਿਆ ਕਿ ਉਹ ਕੱਲਾ ਭਗਤ ਵਛਲ ਨਹੀਂ, ਉਹ ਪਤਿਤ ਪਾਵਨ ਵੀ ਹੈ। ਤੇ ਕਹਿੰਦੇ ਮੇਰੇ ਮਨ 'ਚ ਆਸਾ ਬਣ ਗਈ। ਭਗਤ ਵਛਲ ਸੁਨ ਹੋਤ ਹੈ ਨਿਰਾਸ ਹੀਓ, ਪਤਿਤ ਪਾਵਨ ਸੁਨ ਆਸਾ ਔਰ ਧਾਰ ਹੋ। ਜਦੋਂ ਪਤਿਤ ਪਾਵਨ ਸੁਣਿਆ ਤੇ ਮਨ 'ਚ ਆਸਾ ਵੱਜ ਗਈ ਕਿ ਵਿਧਾਤਾ ਜੀ ਤੁਸੀਂ ਪਤਿਤ ਪਾਵਨ ਹੋ। ਪਾਰ ਬ੍ਰਹਮ ਸੋ ਨੈਨਹੁ ਪੇਖਿਆ। ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਮੈਂ ਆਪਣੇ ਨੈਣਾਂ ਨਾਲ, ਆਪਣੇ ਨੇਤਰਾਂ ਨਾਲ ਵੇਖ ਲਿਆ। ਸਾਧ ਸੰਗ ਪ੍ਰਗਟੇ ਨਾਰਾਇਣ। ਸਾਧ ਸੰਗਤ ਵਿੱਚ ਆ ਕੇ ਉਹ ਨਾਰਾਇਣ ਪ੍ਰਗਟ ਹੋ ਜਾਂਦਾ, ਹਿਰਦੇ 'ਚ ਉਹਦਾ ਸਾਖਸ਼ਾਤਕਾਰ ਹੁੰਦਾ ਹੈ। ਨਾਨਕ ਦਾਸ ਸਭ ਦੁੱਖ ਭੁਲਾਇਣ। ਰੱਬ ਦਿਆਂ ਦਾਸਾਂ ਦੇ ਸਾਰੇ ਹੀ ਦੁੱਖ ਭੱਜ ਜਾਂਦੇ ਹਨ। ਬਿਲਾਵਲ ਮਹੱਲਾ ਪੰਜਵਾਂ। ਕਵਣ ਜਾਣੈ ਪ੍ਰਭ ਤੁਮਰੀ ਸੇਵਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਤੇਰੀ ਸੇਵਾ ਕੌਣ ਜਾਣੇ। ਕਵਣ ਜਾਣੈ, ਕੌਣ ਜਾਣਦਾ। ਪ੍ਰਭ ਤੁਮਰੀ ਸੇਵਾ, ਮਹਾਰਾਜ ਤੁਹਾਡੀ ਸੇਵਾ ਨੂੰ ਕੌਣ ਜਾਣੇ। ਬੜੀ ਔਖੀ ਘਾਟੀ ਹੈ ਤੁਹਾਡੀ ਸੇਵਾ ਦੀ। ਗਾਖੜੀ ਸੇਵਾ ਕਹੀ ਹੈ, ਕਠਨ। ਮਹਾਕਰੜੀ ਕਿਹਾ।
ਮਹਾਰਾਜ ਕੌਣ ਜਾਣਦਾ ਤੁਹਾਡੀ ਸੇਵਾ ਨੂੰ, ਇਤਨੀ ਡੂੰਗੀ ਰਮਜ ਵਾਲੀ ਸੇਵਾ ਹੈ। ਹਾਂਜੀ, ਪ੍ਰਭ ਅਬਨਾਸੀ ਅਲਖ ਭੇਵਾ। हे प्रभु तू अविनाशी है, अविनाशी है, विनाश तो रहत है और ना लखिया जान वाला अलख भी है ते अभेव, तेरा कोई भेद नहीं। गुण बेअंत प्रभ गहर गंभीरे। हे वाहिगुरु तू बेअंत गुणा दा मालक है और डूंगा है, गंभीर है, डूंगा भी है और गंभीर भी है। ऊंच महल स्वामी प्रभ मेरे। हे मेरे स्वामी तेरे महल उच्चे ने, उच्चे ऊंच महल स्वामी प्रभ मेरे, तेरे महल उच्चे ने महाराज। मेरे स्वामी जी तुहाडा दर उच्चियां तो उच्चा है। दुनिया दे जितने दर ने सारियां दरां तो उच्चा स्वामी जी तुहाडा दर है मेरे साहब जी। उच्चे महल, उच्चताई दा मतलब केवल आकाश वाल उच्चा होना ही नहीं हुंदा। आपां कह देने भी फलाने बंदे दा कद बड़ा उच्चा है, उता दा मतलब शरीरक कद ही नहीं हुंदा भी उहदा कद बड़ा वड्डा है, भी वो तेरे बराबर दा नहीं। शरीरक कद नहीं, यानी कि किरदार करके भी उच्चा कद हुंदा है। स्वामी दा महल जदों इत्थे उच्चा किया है, यानी कि बहुत उच्चा, उत्थे उचाई दे नाल असीं मीटरां नाल जां किसे पैमानिਆਂ नाल उस उचाई नूं नहीं माप सकदे, उहनूं अनुभव कीता जा सकदा है। किते किते थोड़ा थोड़ा चिंतन च लिआया जा सकदा है कि साडे साहब दा दर सब तो उच्चा है, साडे स्वामी जी दा महल सब तो उच्चा है। हाँ जी, तू अपरंपर ठाकुर मेरे। हे वाहिगुरु तू अपरंपर है, पारावार तो रहता है मेरे ठाकुर, तेरा कोई पार उरार है ही नहीं। अपरंपर जदों शब्द बरत्या, उरार पार तो रहता है, ना इधरला कोई किनारा है ना कोई पारला किनारा है। हाँ जी, रहाओ एक सबिन नाही को दूजा। उस एक वाहिगुरु पार ब्रह्म परमेश्वर तो बिना कोई दूजा है ही नहीं, वही कोई है जो सारियां विच व्यापक है, जल थल विच वसदा है। उस एक सहब तो, एक रब तो बिना कोई दूजा नहीं। तुम ही जानो अपनी पूजा। हे वाहिगुरु जी तुसीं अपनी पूजा खुद आप जान दे, तुहाडी पूजा भी कोई दूजा नहीं जान सकता। किहड़ी पूजा कीतियां तुसीं रीझ पैंदे हो भी तुसीं जाणदे। साडे वल्लों तां ख्याल ही ने भी इदां पूजा करो, इदां करो। बंदे ने तां अपनी अलपग जी बुद्धि नाल ही सोचना ना। पर हे प्रभु तुसीं अपनी पूजा नूं भी खुद आप जाणदे हो कि तुसीं ऐसी किहड़ी पूजा जीव करे ते तुसीं प्रसन्न हो जाओ। वो आप ही सोझी दे दिंदे भी इदां कर भाई, इस तरीके नाल कर पूजा, भावना प्रगट रख कर। पातशाह दसदे किवें करिए पूजा। मन संपट जित सत सर नावण, भावन पाती तृप्त करे। पूजा प्राण सेवक जे सेवे, इन बिद साहिब रवत रहे। सेवा दी जुगत भी दसदे पूजा किवें करनी। मन संपट जित सत सर नावण, पावन पाती तृप्त करे। मन डब्बा साध संगत च इशनान कर, भावना दियां पत्तियां वो भेटा कर गुरु अगे, और अपने प्राणा दे पर्यंत ताई अपने मालक नूं सेव। इदा वो साहिब तेरे विच रम जाएगा और तेनू अपने च भेद कर लेगा। हे वाहिगुरु जी
ਤੁਸੀਂ ਆਪਣੀ ਪੂਜਾ ਵੀ ਆਪ ਹੀ ਜਾਣਦੇ ਹੋ। ਆਪ ਹੋ ਕਛੂ ਨਾ ਹੋਵਤ ਭਾਈ। ਇਹ ਭਾਈ ਆਪਣੇ ਆਪ ਕੀਤਿਆਂ ਕੁਝ ਨਹੀਂ ਹੁੰਦਾ। ਮਤ ਕਿਸੇ ਭਰਮ ਚ ਹੋਵੋ ਮੈਂ ਕੁਝ ਕਰਦਾ, ਮੈਂ ਕੁਝ ਕੀਤਾ, ਮੈਂ ਕੁਝ ਕਰ ਸਕਦਾ। ਨਹੀਂ, ਕੁਦਰਤ ਦੇ ਵੱਸ ਹੈ ਸਭ ਕੁਝ। ਪਾਰ ਬ੍ਰਹਮ ਪਰਮੇਸ਼ਰ ਦੇ ਵੱਸ ਹੈ। ਅਸੀਂ ਤਾਂ ਚਿੱਤ ਚੇਤੇ ਵੀ ਨਹੀਂ ਸੋਚਿਆ ਹੁੰਦਾ ਵੀ ਇਹ ਏਦਾਂ ਵੀ ਹੋ ਸਕਦਾ। ਪਰਮੇਸ਼ਰ ਉਦਾਂ ਦੀ ਬਣਤ ਬਣਾ ਦਿੰਦਾ ਹੈ। ਤੋ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵੱਸ ਹੈ ਸਭ ਕੁਝ। ਆਪਣੇ ਕੀਤਿਆਂ ਕੁਝ ਨਹੀਂ ਹੋਣਾ ਭਾਈ। ਕਿਉਂ ਤਰਲੋ ਮੱਛੀ ਹੁੰਦਾ ਫਿਰਦਾ ਹੈ, ਕਿਉਂ ਤੜਫਦਾ ਫਿਰਦਾ ਹੈ? ਮੈਂ ਕਰਾਂਗਾ। ਆਪਣੇ ਕੀਤਿਆਂ ਕੁਝ ਨਹੀਂ ਹੋਣਾ। ਜਿਸ ਪ੍ਰਭ ਦੇਵੈ ਸੋ ਨਾਮ ਪਾਈ। ਜਿਹਨੂੰ ਵਾਹਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਦਿੰਦੇ ਨੇ ਦਾਨ, ਉਹਨੂੰ ਨਿਰੰਕਾਰ ਦੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹਨੂੰ ਦੇ ਦਿੰਦੇ ਨੇ ਉਹਨੂੰ ਅੰਮ੍ਰਿਤ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਕਹੋ ਨਾਨਕ ਜੋ ਜਨ ਪ੍ਰਭ ਭਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ, ਜਿਹੜੇ ਜਨ ਉਸ ਪ੍ਰਭੂ ਨੂੰ ਭਾ ਜਾਂਦੇ ਨੇ। ਆਹਾ, ਗੱਲ ਤਾਂ ਭਾਉਣ ਦੀ ਹੈ। ਕਿਆ ਜਾਣੀਏ ਉਹਨੂੰ ਕਿਹੜਾ ਭਾਉਂਦਾ। ਉਦਾਂ ਹੀ ਹੰਕਾਰ ਦੇ ਵਿੱਚ ਹੈਂਕੜ ਚ ਟੁਰੇ ਫਿਰੀਏ, ਮੈਂ ਆਹ ਕੀਤਾ, ਮੈਂ ਇੰਨਾ ਨਿਤਨੇਮ ਕਰਦਾ। ਕਿਆ ਜਾਣੀਏ ਇੱਥੇ ਉਹਨੂੰ ਕਿਹੜਾ ਭਾਉਂਦਾ। ਕਿਆ ਜਾਣੀਏ ਰਸਤੇ 'ਚ ਟੁਰਿਆ ਜਾਂਦਾ ਮਲਨ ਵਸਤਰਾਂ ਦੇ ਵਿੱਚ ਕਿੱਦਾਂ ਦੇ ਰੂਪ ਦੇ ਵਿੱਚ ਜਾ ਰਿਹਾ ਹੈ। ਕਿਆ ਜਾਣੀਏ ਉਹਨੂੰ ਉਹੀ ਭਾ ਰਿਹਾ ਹੋਵੇ। ਅੰਦਰੋਂ ਕੀ ਖੇਡ ਹੈ ਉਹਦੀ, ਇਹ ਤਾਂ ਸਾਨੂੰ ਨਹੀਂ ਪਤਾ। ਕਈ ਵਾਰ ਬੜੀਆਂ ਵਧੀਆ ਪੁਸ਼ਾਕਾਂ ਪਾਈਆਂ ਹੋਈਆਂ ਧਾਰਮਿਕ, ਉਹ ਨਹੀਂ ਭਾਉਂਦੇ ਉਸ ਨੂੰ। ਇਸ ਕਰਕੇ ਉਹਨੂੰ ਕਿਹੜਾ ਭਾਉਂਦਾ ਇਹ ਉਹੀ ਜਾਣਦਾ। ਉਹਨੂੰ ਉਹਦੇ ਜਾਨ ਉਹਦੇ ਆਪਣੇ ਪਿਆਰੇ ਭਾਉਂਦੇ ਹਨ। ਗੁਣ ਨਿਦਾਨ ਪ੍ਰਭ ਤਿਨਹੀ ਪਾਇਆ। ਜਿਹੜੇ ਉਹਨੂੰ ਭਾ ਜਾਂਦੇ ਨੇ ਉਹੀ ਉਹਨੂੰ ਪਾ ਲੈਂਦੇ ਆ। ਉਹ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਹਨ। ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾ ਜਾਂਦੇ ਹਨ। ਬਿਲਾਵਲ ਮਹੱਲਾ ਪੰਜਵਾ। ਮਾਤ ਗਰਭ ਮਹਿ ਹਾਥ ਦੇ ਰਾਖਿਆ। ਆਹਾ, ਪਾਤਸ਼ਾਹ ਕਹਿੰਦੇ, ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਕਿੱਡਾ ਦਿਆਲੂ ਹੈ ਪਰਮੇਸ਼ਰ। ਉਹ ਨਾ ਸ਼ੁਕਰਿਆ, ਉਹ ਅਕਿਰਤ ਘਣਾ, ਉਹ ਰੱਬ ਦੀ ਕੀਤੀ ਨੂੰ ਭੁਲਾਉਣ ਵਾਲੇ ਬੰਦਿਆ। ਆ ਵੇਖ, ਉਸ ਵਾਹਿਗੁਰੂ ਨੇ ਤੇਰੇ ਤੇ ਕਿੰਨਾ ਤਰਸ ਕੀਤਾ। ਮਾਂ ਦੇ ਗਰਭਾਸ਼ੇ ਦੇ ਵਿੱਚ ਅੱਗ ਤੋਂ ਤੈਨੂੰ ਬਚਾਇਆ ਹੈ। ਹਾਲੇ ਤੂੰ ਕਹਿਣਾ ਮੈਨੂੰ ਰੱਬ ਨੇ ਦਿੱਤਾ ਹੀ ਕੀ ਹੈ। ਉਹ ਨਾ ਸ਼ੁਕਰਿਆ, ਉਸ ਵਾਹਿਗੁਰੂ ਨੇ ਵਿਧਾਤੇ ਨੇ ਤੈਨੂੰ ਕਿਵੇਂ ਮਾਤਾ ਦੇ ਗਰਭ ਦੇ ਵਿੱਚ ਹੱਥ ਦੇ ਕੇ ਆਪਣਾ ਰੱਖਿਆ ਹੈ। ਹਰ ਰਸ ਛੋੜ ਵਿਖਿਆ ਫਲ ਚਾਖਿਆ। ਜਿਹਨੇ ਰੱਖਿਆ ਉਹਨੂੰ ਛੱਡ ਕੇ, ਤੂੰ ਹਰੀ ਰਸ ਨੂੰ ਛੱਡ ਕੇ ਵਿਸ਼ਿਆਂ ਦੇ ਰਸਾਂ ਦੇ ਵਿੱਚ ਖਚਤ ਹੋ ਰਿਹਾ। ਵਿਖਿਆ ਫਲ ਚਾਖਿਆ, ਜਿਹੜੇ ਵਿਸ਼ੇ ਵਿਕਾਰਾਂ ਦੇ ਫਲ ਨੇ ਤੂੰ ਉਹ ਚਖਦਾ ਫਿਰਦਾ। ਨਾ ਸ਼ੁਕਰਿਆ, ਰੱਬ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ। ਇਹ ਤੇਰੀ ਕਿੱਦਾਂ ਦੀ ਫਿਤਰਤ ਹੈ। ਪੁੱਛਿਆ ਜੀ ਇਸ ਧਰਤੀ ਤੇ ਕਿਹਨਾਂ ਦਾ ਭਾਰ ਹੈ, ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ, ਇਸ ਧਰਤੀ ਤੇ ਭਾਰ ਹੈ ਅਕਿਰਤ ਘਣਾ ਦਾ। ਕਿੰਨਾ ਕੁ ਮਾੜਾ ਹੁੰਦਾ ਅਕਿਰਤ ਘਣ। ਭਾਈ ਸਾਹਿਬ ਉਹਦਾ ਵੀ ਪੈਮਾਨਾ ਦੱਸਦੇ ਆ। ਪੈਮਾਨਾ ਅਕਿਰਤ ਘਣ ਕਿੰਨਾ ਮਾੜਾ ਹੈ, ਉਹਦੀ ਨਿਗਾਹ ਵੀ ਕਿੰਨੀ ਮਾੜੀ ਹੈ, ਉਹਦਾ ਪੈਮਾਨਾ ਦੱਸਦੇ ਆ। ਕਹਿੰਦੇ ਇੱਕ ਚੰਡਾਲਣ ਨੇ ਕੁੱਤੇ ਦਾ ਮਾਸ ਲੈ ਕੇ ਸ਼ਰਾਬ 'ਚ ਰਿੰਨਿਆ। ਰਿੰਨ ਕੇ ਸ਼ਰਾਬ ਦੇ ਵਿੱਚ ਮੁਰਦੇ ਸਰੀਰ ਦੀ ਖੋਪੜੀ ਵਿੱਚ ਪਾ ਕੇ ਉੱਤੋਂ ਕੱਪੜੇ ਨਾਲ ਕੱਜ ਕੇ ਲਈ ਜਾਂਦੀ ਹੈ। ਅੱਗੋਂ ਕਿਸੇ ਸੱਜਣ ਪੁੱਛਿਆ, ਮਾਈ ਕੀ ਲਈ ਜਾਨੀ ਹੈ? ਕਹਿੰਦੀ ਆ, ਵੀਰਾ ਨਾ ਪੁੱਛ, ਇਹਦੇ 'ਚ ਬੜੀ ਗੰਦੀ ਤੇ ਪਿੱਟੀ ਵਸਤੂ ਹੈ। ਉਹ ਕਹਿਣ ਲੱਗਾ ਵੀ
ਹੁਣ ਜਦੋਂ ਕਿਸੇ ਨੂੰ ਕਹੋ ਨਾ ਵੀ ਨਾ ਪੁੱਛ, ਫਿਰ ਉਹਨੂੰ ਚੇਟਕ ਲੱਗ ਜਾਂਦੀ। ਹੁਣ ਤਾਂ ਪੁੱਛਾਂਗੇ। ਬੰਦੇ ਦਾ ਸੁਭਾਅ ਹੈ, ਜੋ ਨੈਗੇਟਿਵ ਹੁੰਦਾ ਉਹਨੂੰ ਛੇਤੀ ਗ੍ਰਹਿਣ ਕਰਦਾ। ਉਹਨੇ ਕਿਹਾ ਨਾ ਪੁੱਛ, ਨਾ ਹੁਣ ਤਾਂ ਪੁੱਛਾਂਗਾ, ਮਾਈ ਦੱਸ ਹੈ ਕੀ ਇਹਦੇ 'ਚ? ਉਹ ਕਹਿੰਦੀ ਆ ਫਿਰ ਸੁਣ, ਕੁੱਤੇ ਦਾ ਮਾਸ ਸ਼ਰਾਬ ਦੇ ਵਿੱਚ ਰਿੰਨ ਕੇ ਮੁਰਦੇ ਬੰਦੇ ਦੀ ਖੋਪੜੀ 'ਚ ਪਾ ਕੇ ਲਈ ਜਾਨੀ ਆ। ਉਹ ਕਹਿਣ ਲੱਗਾ ਵੀ ਜੇ ਏਡੀ ਗੰਦੀ ਵਸਤੂ ਹੈ ਤੈਨੂੰ ਕੱਪੜੇ ਨਾਲ ਕੱਜਣ ਦੀ ਕੀ ਲੋੜ ਸੀ? ਉਹ ਕਹਿੰਦੀ ਇਹ ਤਾਂ ਪਹਿਲਾਂ ਹੀ ਪਿੱਟੀ ਹੋਈ ਵਸਤੂ ਹੈ, ਤੇ ਮੈਂ ਸੋਚਿਆ ਕਿਸੇ ਅਕਿਰਤ ਘਣ ਬੰਦੇ ਦੀ ਨਿਗਾਹ ਨਾ ਪੈ ਜੇ, ਹੋਰ ਪਿੱਟੀ ਜਾਏਗੀ। ਜਿਹੜੇ ਉਸ ਰੱਬ ਨੂੰ ਭੁਲਾ ਕੇ, ਪਰਮੇਸ਼ਰ ਨੂੰ ਭੁਲਾ ਕੇ ਉਸ ਦੀ ਕੀਤੀ ਤੋਂ ਮੁਨਕਰ ਹੋਏ ਫਿਰਦੇ ਲੋਕ ਨੇ, ਫਿਰ ਉਹ ਅਕਿਰਤ ਘਣ ਦੇ ਨਾ। ਤੇ ਕਿੰਨੇ ਮੰਦੇ ਆ, ਭਾਰੇ ਭੋਈ ਅਕਿਰਤ ਘਣ ਮੰਦੀ ਹੂੰ ਮੰਦੇ। ਪਾਤਸ਼ਾਹ ਕਹਿੰਦੇ ਆ ਕਿ ਤੈਨੂੰ ਮਾਤਾ ਦੇ ਗਰਭਾਸ਼ੇ ਵਿੱਚ ਅੱਗ ਦੇ ਵਿੱਚੋਂ ਨੇ ਹੱਥ ਦੇ ਕੇ ਤੈਨੂੰ ਰੱਖਿਆ ਵਾਹਿਗੁਰੂ ਨੇ, ਅਕਾਲ ਪੁਰਖ ਨੇ, ਔਰ ਤੂੰ ਉਹਦਾ ਰਸ ਛੱਡ ਕੇ ਵਿਸ਼ਿਆਂ ਦੇ ਫਲਾਂ ਦੇ ਵਿੱਚ ਜਿਹੜੇ ਵਿਖੇ ਫਲ ਨੇ ਉਹਨਾਂ ਨੂੰ ਚਖਦਾ ਫਿਰਦਾ, ਵਿਸ਼ਿਆਂ ਵਿੱਚ ਗਰਕਦਾ ਫਿਰਦਾ, ਔਰ ਉਸ ਨਾਮ ਦੇ ਰਸ ਨੂੰ ਤਿਆਗੀ ਬੈਠਾ। ਭਜ ਗੋਬਿੰਦ ਸਭ ਛੋੜ ਜੰਜਾਲ। ਛੱਡੋ ਮਨਾ ਇਹਨਾਂ ਜੰਜਾਲਾਂ ਨੂੰ। ਆ ਜਿਹੜੇ ਵਾਧੂ ਦੇ ਜੰਜਾਲ ਤੂੰ ਚੁੱਕੀ ਫਿਰਦਾ ਆਪਣੇ ਨਾਲ ਵਿਸ਼ਿਆਂ ਵਿਕਾਰਾਂ ਦੇ, ਇਹਨਾਂ ਜੰਜਾਲਾਂ ਨੂੰ ਛੱਡ ਕੇ ਉਸ ਗੋਬਿੰਦ ਦਾ ਭਜਨ ਕਰ। ਭਜ ਗੋਬਿੰਦ ਸਭ ਛੋੜ ਜੰਜਾਲ। ਜੰਜਾਲ ਛੱਡ ਕੇ ਗੋਬਿੰਦ ਦਾ ਭਜਨ ਕਰ। ਜੋ ਭਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਜੰਜਾਲਾਂ ਨੂੰ ਛੱਡ ਕੇ ਉਸ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਭਜਨ ਕਰ। ਜਬ ਜਮ ਆਏ ਸੰਘਾਰੈ ਮੂੜੇ, ਤਬ ਤਨ ਬਿਨਸ ਜਾਏ ਬੇਹਾਲ। ਉਹ ਮੂਰਖਾ, ਇਹਨੂੰ ਤਾੜਨਾ ਭਰਿਆ ਉਪਦੇਸ਼ ਕਹਿੰਦੇ ਆ। ਪਾਮਰ ਤੇ ਵਿਸ਼ਈ ਮਨੁੱਖ ਨੂੰ ਗੁਰਦੇਵ ਤਾੜਨਾ ਦੇ ਕੇ ਉਪਦੇਸ਼ ਦਿੰਦੇ ਆ। ਜਿਹੜਾ ਪਾਮਰ ਤੇ ਵਿਸ਼ਈ ਹੈ ਉਹਨੂੰ ਤਾੜਨਾ ਦਿੰਦੇ। ਹੋਏ ਮੂਰਖ, ਜਦੋਂ ਜੰਮਾ ਨੇ ਆ ਕੇ ਪਕੜ ਕੇ ਸੰਘਾਰਿਆ, ਇਹ ਤਨ ਬਿਨਸ ਕੇ ਬੇਹਾਲ ਹੋ ਜਾਏਗਾ। ਪਾਤਸ਼ਾਹ ਕਹਿੰਦੇ ਤਬ ਤਨ ਬਿਨਸ ਜਾਏ ਬੇਹਾਲ। ਇਹ ਤਨ ਬਿਨਸ ਜਾਏਗਾ ਤੇ ਬੇਹਾਲ ਹੋਵੇਗਾ। ਜਦੋਂ ਜੰਮਾ ਨੇ ਆ ਕੇ ਕਰੜੇ ਹੱਥ ਪਾਏ ਤੇ ਬੜਾ ਦੁਖੀ ਹੋਵੇਗਾ। ਮੂਰਖਾ, ਹਾਲੇ ਵੀ ਸਮਝ ਜਾ, ਹਾਲੇ ਵੀ ਕੁਝ ਵਿਗੜਿਆ ਨਹੀਂ। ਜਦੋਂ ਤੱਕ ਸਾਹ ਚੱਲਦੇ ਆ ਰੱਬ ਦਾ ਚਿੰਤਨ ਕਰ ਸਕਦਾ। ਹਾਂਜੀ। ਰਹਾਉ ਤਨ ਮਨ ਧਨ ਆਪਣਾ ਕਰ ਥਾਪਿਆ। ਤਨ ਮਨ ਧਨ ਇਹ ਸਾਰਾ ਤੂੰ ਆਪਣਾ ਕਰਕੇ ਥੱਪੀ ਬੈਠਾ। ਆ ਵੀ ਮੇਰਾ, ਆ ਵੀ ਮੇਰਾ, ਤਨ ਵੀ ਮੇਰਾ, ਮਨ ਵੀ ਮੇਰਾ, ਧਨ ਵੀ ਮੇਰਾ। ਇਹ ਸਭ ਕੁਝ ਕਹਿਣਾ ਤੂੰ ਮੇਰਾ ਹੈ। ਇਹਨੂੰ ਤੂੰ ਆਪਣਾ ਕਰਕੇ ਥੱਪੀ ਬੈਠਾ ਹੈ। ਥਾਪਣਾ ਹੀ ਹੈ ਨਾ ਵੀ ਹਾਂ ਥਾਪ ਲਿਆ, ਏਦਾਂ ਕਹਿੰਦੇ ਤੂੰ ਸਭ ਕੁਝ ਆਪਣਾ ਜਾਣੀ ਬੈਠਾ। ਕਰਨਹਾਰ ਇੱਕ ਨਿਮਖ ਨਾ ਜਾਪਿਆ। ਉਹ ਜਿਹੜਾ ਕਰਨਹਾਰ ਵਾਹਿਗੁਰੂ ਹੈ, ਜਿਹਨੇ ਕੀਤਾ ਸਭ ਕੁਝ, ਤਨ ਮਨ ਧਨ ਉਹਦਾ ਕੀਤਾ ਹੋਇਆ, ਉਹਨੂੰ ਤੂੰ ਇੱਕ ਨਿਮਖ ਮਾਤਰ ਦਾ ਸਮਾਂ ਵੀ ਨਹੀਂ ਜਪਿਆ। ਇੱਕ ਪਲ ਮਾਤਰ ਦਾ ਸਮਾਂ ਵੀ ਉਹਨੂੰ ਤੂੰ ਚੇਤੇ ਨਹੀਂ ਕੀਤਾ, ਉਹਨੂੰ ਤੂੰ ਯਾਦ ਨਹੀਂ ਕੀਤਾ। ਬੰਦਿਆ, ਫਿਰ ਤੂੰ ਨਿਸ਼ੁਕਰਾ ਨਹੀਂ, ਅਕਿਰਤ ਘਣ ਨਹੀਂ ਤਾਂ ਹੋਰ ਕੀ ਹੈ। ਤੂੰ ਉਸ ਕਰਨਹਾਰ ਵਾਹਿਗੁਰੂ ਨੂੰ
ਇੱਕ ਨਿਮਖ ਭਰ ਵੀ ਨਹੀਂ ਜਪਿਆ। ਮਹਾ ਮੋਹ ਅੰਧ ਕੂਪ ਭਰਿਆ। ਤੂੰ ਮਹਾ ਮੋਹ ਦੇ ਅੰਨੇ ਖੂਹ ਦੇ ਵਿੱਚ ਪਿਆ ਹੋਇਆ, ਅੰਨੇ ਖੂਹ ਦੇ ਵਿੱਚ ਡਿੱਗਿਆ ਹੋਇਆ। ਪਾਰ ਬ੍ਰਹਮ ਮਾਇਆ ਪਟਲ ਬਿਸਰਿਆ। ਕਹਿੰਦੇ ਮਾਇਆ ਦੇ ਇਹੋ ਜਿਹੇ ਪਰਦੇ ਦੇ ਵਿੱਚ ਤੂੰ, ਪਟਲ ਕਹਿੰਦੇ ਨੇ ਪਰਦੇ ਨੂੰ, ਪਰਦੇ ਦੇ ਵਿੱਚ ਹੈ ਕਿ ਤੈਨੂੰ ਉਹ ਪਾਰ ਬ੍ਰਹਮ ਇਸ ਪਰਦੇ ਕਰਕੇ ਵਿਸਰ ਗਿਆ। ਪਾਰ ਬ੍ਰਹਮ ਮਾਇਆ ਪਟਲ ਬਿਸਰਿਆ, ਇਹਨੂੰ ਅਨਵੈ ਕਰਕੇ ਅਰਥ ਕਰਾਂਗੇ। ਮਾਇਆ ਪਟਲ ਪਾਰ ਬ੍ਰਹਮ ਬਿਸਰਿਆ, ਮਾਇਆ ਦੇ ਪਰਦੇ ਕਰਕੇ ਤੈਨੂੰ ਪਾਰ ਬ੍ਰਹਮ ਪਰਮੇਸ਼ਰ ਵਿਸਰ ਗਿਆ। ਅਕਾਲ ਪੁਰਖ ਵਾਹਿਗੁਰੂ ਵਿਧਾਤਾ ਤੇਰੇ ਹਿਰਦੇ ਚ ਤੈਨੂੰ ਵਿਸਰਿਆ ਹੋਇਆ ਹੈ। ਵੱਡਾ ਭਾਗ ਪ੍ਰਭ ਕੀਰਤਨ ਗਾਇਆ। ਵੱਡਿਆ ਭਾਗਾ ਕਰਕੇ ਪ੍ਰਭੂ ਦਾ ਕੀਰਤਨ ਗਾਈਦਾ ਹੈ। ਬਿਨਾਂ ਭਾਗਾਂ ਤੋਂ ਪ੍ਰਭੂ ਦਾ ਕੀਰਤਨ ਨਹੀਂ ਹੁੰਦਾ। ਜਿਨ੍ਹਾਂ ਦੇ ਭਾਗ ਵੱਡੇ ਨੇ ਉਹੀ ਉਸ ਪ੍ਰਭੂ ਦਾ ਕੀਰਤਨ ਗਾਇਨ ਕਰਦੇ ਆ, ਉਹੀ ਉਸ ਵਾਹਿਗੁਰੂ ਦੀ ਕੀਰਤੀ ਗਾਇਨ ਕਰਦੇ ਹਨ। ਸੰਤ ਸੰਗ ਨਾਨਕ ਪ੍ਰਭ ਪਾਇਆ। ਆਹ ਕਹਿੰਦੇ ਸੰਤ ਜਨਾਂ ਦੀ ਸੰਗਤ ਵਿੱਚ ਆ ਕੇ ਮੈਂ ਉਸ ਪ੍ਰਭੂ ਨੂੰ, ਵਾਹਿਗੁਰੂ ਨੂੰ ਪ੍ਰਾਪਤ ਕੀਤਾ, ਪ੍ਰਭੂ ਦੇ ਸਵਰੂਪ ਨੂੰ ਪ੍ਰਾਪਤ ਕੀਤਾ, ਨਿਰੰਕਾਰ ਦੇ ਸਵਰੂਪ ਨੂੰ ਪ੍ਰਾਪਤ ਕੀਤਾ। ਔਰ ਉਹ ਕਿੱਥੇ ਆ ਕੇ ਪ੍ਰਾਪਤ ਕੀਤਾ? ਕਹਿੰਦੇ ਸੰਤ ਸੰਗ, ਸਤ ਸੰਗਤ ਵਿੱਚ ਆ ਕੇ। ਇਹ ਸਤ ਸੰਗਤ ਸਾਧੂਆਂ ਦੀ ਸਤ ਸੰਗਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਭਾਗ ਵੱਡੇ। ਫਿਰ ਜਿਨ੍ਹਾਂ ਨੂੰ ਇਹ ਸੰਗਤ ਪ੍ਰਾਪਤ ਹੁੰਦੀ ਹੈ ਉਹਨਾਂ ਦਾ ਚੱਲਦਾ ਹੋਇਆ ਚੰਚਲ ਮਨ ਇੱਕ ਜਗ੍ਹਾ ਤੇ ਇਕਾਗਰ ਹੋ ਜਾਂਦਾ। ਮਨ ਚਲ ਤੋਂ ਭਇਓ ਅਰੂੜਾ, ਉਹ ਟਿਕ ਜਾਂਦਾ, ਆਪਣੇ ਨਿਜ ਸਰੂਪ 'ਚ ਸਵਾਰ ਹੋ ਜਾਂਦਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵਸ ਜਾਵੇ। ਸਾਡਾ ਗਾਵਿਆ ਸੁਣਿਆ ਸਾਹਿਬ ਸੱਚੇ ਪਾਤਸ਼ਾਹ ਥਾਂ ਪਾ ਲੈਣ। ਦਰੋਂ ਕਰੋ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਗੁਰਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।